हाँ जी, सत श्री अकाल। ਆਪਾਂ ਕੰਪਿਊਟਰ ਕੁਐਸਚਨ ਡਿਸਕਸ ਕਰ ਰਹੇ ਹਾਂ UGC ਨੈਟ ਨਵੰਬਰ 2021। ਸੋ 29 ਨਵੰਬਰ ਸ਼ਿਫਟ 2। ਪਹਿਲਾ ਕੁਐਸਚਨ ਹੈ ਦੀ ਵਰਲਡ ਵਾਈਡ ਵੈਬ ਇਜ਼। ਵਰਲਡ ਵਾਈਡ ਵੈਬ ਕੀ ਹੈ? ਆਪਾਂ ਪਹਿਲਾਂ ਵੀ ਆਲਰੇਡੀ ਕੁਐਸਚਨ ਆ ਚੁੱਕਿਆ, ਇਹ ਆਪਾਂ ਡਿਸਕਸ ਕਰ ਚੁੱਕੇ ਹਾਂ ਕਿ ਵਰਲਡ ਵਾਈਡ ਵੈਬ ਕੀ ਹੈ। ਵਰਲਡ ਵਾਈਡ ਵੈਬ ਇਜ਼ ਏ ਕੰਟੇਨਰ ਜਿਹੜੀਆਂ ਸਾਰੀਆਂ ਵੈਬਸਾਈਟ ਤੇ ਵੈਬ ਸਰਵਰ ਨੂੰ ਸਟੋਰ ਕਰਦਾ। ਸੋ ਆਪਾਂ ਪੜ੍ਹਦੇ ਹਾਂ ਇਹ ਮੈਸਿਵ ਨੈਟਵਰਕ ਆਫ ਨੈਟਵਰਕਸ ਵਿਚ ਆਰ ਮੇਡ ਅਪ ਆਫ ਵੇਰੀਅਸ ਕੰਪਿਊਟਰਸ। ਸੋ ਇਹ ਤਾਂ ਇੰਟਰਨੈਟ ਹੁੰਦਾ ਹੈ ਨਾ, ਬਹੁਤ ਸਾਰੇ ਨੈਟਵਰਕ ਆਫ ਨੈਟਵਰਕਸ। ਅਗਲਾ ਦੀ ਇੰਟਰਨੈਟ ਮੇਕਸ ਯੂਜ਼ ਆਫ TCP/IP ਪ੍ਰੋਟੋਕੋਲ। ਇਹ ਤਾਂ ਵੈਸੇ ਹੀ ਹੈ, ਇੰਟਰਨੈਟ ਵਰਤਦਾ ਹੀ ਹੈ, ਇਹਦੇ ਨਾਲ ਤਾਂ ਵਰਲਡ ਵਾਈਡ ਵੈਬ ਨਾਲ ਤਾਂ ਕੋਈ ਇਹਦਾ ਲਿੰਕ ਨਹੀਂ। ਤੀਸਰਾ ਹੈ ਇੱਕ ਕੰਪਨੀ ਵਿਚ ਅਲਾਉਜ਼ ਏ ਯੂਜ਼ਰ ਟੂ ਕਨੈਕਟ ਟੂ ਦ ਇੰਟਰਨੈਟ। ਇਹ ਵੀ ਠੀਕ ਨਹੀਂ ਹੈ ਗੱਲ। ਚੌਥਾ ਹੈ ਇੱਕ ਕਲੈਕਸ਼ਨ ਆਫ ਮਲਟੀਮੀਡੀਆ ਵੈਬ ਪੇਜਸ ਐਂਡ ਅਦਰ ਡਾਕੂਮੈਂਟ ਵਿਚ ਆਰ ਸਟੋਰਡ ਔਨ ਵੈਬਸਾਈਟ। ਇਹ ਠੀਕ ਆ। ਤਾਂ ਵਰਲਡ ਵਾਈਡ ਵੈਬ ਇਜ਼ ਏ ਕੰਟੇਨਰ। ਠੀਕ ਹੈ, ਡੀ ਆਂਸਰ ਹੈ। ਦੂਸਰਾ ਹੈ ਹਾਈਪਰ ਟੈਕਸਟ ਟ੍ਰਾਂਸਫਰ ਪ੍ਰੋਟੋਕੋਲ ਇਜ਼। HTTP ਕੀ ਹੈ? ਠੀਕ ਹੈ, ਤਾਂ ਪਹਿਲਾਂ ਆਪਾਂ ਪ੍ਰੋਟੋਕੋਲ ਬਾਰੇ ਥੋੜਾ ਬਹੁਤ ਪੜ੍ਹ ਲੈਂਦੇ ਹਾਂ। ਤਾਂ ਇਹ ਪਹਿਲਾਂ ਵੀ ਕੁਐਸਚਨ ਆ ਚੁੱਕਿਆ, ਪਹਿਲਾਂ ਥੋੜਾ ਜਿਹਾ ਵੱਖਰੇ ਤਰੀਕੇ ਨਾਲ ਪੁੱਛਿਆ ਸੀ। ਇਹ ਵਾਲੀਆਂ ਮੈਂ ਕਰਾ ਚੁੱਕਿਆ ਕਿ ਪ੍ਰੋਟੋਕੋਲ ਕਿਹੜੀਆਂ ਨੇ। ਤੁਸੀਂ ਪਹਿਲਾਂ ਵਾਲੀਆਂ ਵੀਡੀਓ ਦਾ ਲਿੰਕ ਇਹਦੇ ਵਿੱਚ ਡਿਸਕ੍ਰਿਪਸ਼ਨ ਦੇ ਵਿੱਚ ਜਾ ਕੇ ਐਕਸੈਸ ਕਰ ਸਕਦੇ ਹੋ। ਤੁਸੀਂ ਸਾਰੀਆਂ ਵੀਡੀਓ ਦੇਖੋ। ਤਾਂ ਮੈਂ ਇੱਥੇ ਵੀ ਡਿਸਕਸ ਕਰਾ ਦੇਣਾ ਕਿ DHCP ਇੱਕ ਪ੍ਰੋਟੋਕੋਲ ਹੈ ਜਿਹੜੀ ਮੇਨਲੀ ਯੂਜ਼ ਟੂ ਫਾਈਂਡ ਦੀ IP ਐਡਰੈਸ। ਜਦੋਂ ਆਪਾਂ ਵਾਈਫਾਈ ਦੇ ਨਾਲ, ਰਾਊਟਰ ਦੇ ਨਾਲ ਕੰਪਿਊਟਰ ਜਾਂ ਫੋਨ ਲਗਾਉਂਦੇ ਆ ਤਾਂ DHCP ਪ੍ਰੋਟੋਕੋਲ ਹੈ ਜਿਹੜੀ ਸਾਨੂੰ IP ਐਡਰੈਸ ਪ੍ਰੋਵਾਈਡ ਕਰਦੀ ਹੈ। ਠੀਕ ਹੈ। SMTP ਪ੍ਰੋਟੋਕੋਲ ਹੈ ਜਿਹੜੀ ਮੇਲ ਨੂੰ ਟ੍ਰਾਂਸਫਰ ਕਰਨ ਲਈ ਯੂਜ਼ ਕੀਤੀ ਜਾਂਦੀ ਹੈ, ਵੀ ਆਪਾਂ ਦੇਖ ਲਿਆ। HTTP यूज टू ट्रांसफर द वेरीअस वैब पेजेस ओवर द वेरीअस कंप्यूटर प्रेजेंट ऑन द इंटरनेट। तो HTTP वैब पेजेस ਨੂੰ ट्रांसफर ਕਰਨ ਲਈ ਯੂਜ਼ ਕੀਤੀ ਜਾਂਦੀ ਹੈ। ਤਾਂ ਇਹਦੇ ਵਿੱਚ ਸਮਾਲਰ ਫਾਈਲ ਲਾਈਕ ਵੈਬ ਪੇजेस ਹੀ ਟ੍ਰਾਂਸਫਰ ਕੀਤੇ ਜਾ ਸਕਦੇ ਆ। ਤੇ FTP ਹੈ ਜਿਹੜਾ ਉਹ ਲਾਰਜਰ ਫਾਈਲ ਨੂੰ ਟ੍ਰਾਂਸਫਰ ਕਰਨ ਦੇ ਲਈ, ਅਪਲੋਡ ਔਰ ਡਾਊਨਲੋਡ ਕਰਨ ਦੇ ਲਈ ਯੂਜ਼ ਕੀਤੀ ਜਾਂਦੀ ਹੈ ਹਨਾ। ਸੋ HTTP ਪੁੱਛ ਰਿਹਾ ਉਹ ਟ੍ਰਾਂਸਫਰਿੰਗ ਫਾਈਲ ਫਰੋਮ ਵਨ ਕੰਪਿਊਟਰ ਟੂ ਅਨਦਰ ਕੰਪਿਊਟਰ। ਇਹ ਟੈਕਸਟ ਬੇਸਡ ਪ੍ਰੋਟੋਕੋਲ ਯੂਜ਼ਡ ਵੈਨ ਸੈਂਡਿੰਗ ਈਮੇਲ। ਇਹ ਤਾਂ ਨਹੀਂ ਹੈ, ਇੱਥੇ SMTP ਹੁੰਦੀ ਹੈ। ਪ੍ਰੋਟੋਕੋਲ ਯੂਜ਼ ਟੂ ਫਾਈਂਡ ਐਨ IP ਐਡਰੈਸ, ਇਹਦੇ ਲਈ ਆਪਾਂ ਪੜ੍ਹ ਹੀ ਲਿਆ DHCP ਹੁੰਦੀ ਹੈ ਹਨਾ। ਫੈਚਿੰਗ ਐਨ HTML ਡਾਕੂਮੈਂਟ ਫਰੋਮ ਵੈਬ ਸਰਵਰ। ਟ੍ਰਾਂਸਫਰਿੰਗ ਫਾਈਲ ਦੇ ਲਈ SMTP ਯੂਜ਼ ਹੁੰਦੀ ਹੈ ਜਾਂ FTP। ਇਹ ਜ਼ਿਆਦਾ ਐਪਰੋਪਰੀਏਟ ਹੈ, ਇਹ ਵੀ ਠੀਕ ਲੱਗਦਾ ਹੈ। ਬਟ ਫੈਚਿੰਗ HTML ਡਾਕੂਮੈਂਟ ਫਰੋਮ ਵੈਬ ਸਰਵਰ, ਵੈਬ ਸਰਵਰ ਤੋਂ HTML ਨੂੰ ਡਾਕੂਮੈਂਟ ਐਕਸੈਸ ਕਰਨ ਦੇ ਲਈ ਆਪਾਂ HTTP ਪ੍ਰੋਟੋਕੋਲ ਯੂਜ਼ ਕਰਦੇ ਹਾਂ। ਠੀਕ ਹੈ, ਤੁਹਾਨੂੰ ਯਾਦ ਹੋਵੇ ਆਪਾਂ ਲਿਖਦੇ ਵੀ ਆਏ HTTP www.google.com ਹੈ ਨਾ। ਤਾਂ ਇਹ ਪ੍ਰੋਟੋਕੋਲ ਤਾਂ ਹੀ ਲਿਖਦੇ ਆ ਵੀ ਇਹ ਵੈਬ ਪੇजेस ਨੂੰ ਐਕਸੈਸ ਕਰਨ ਲਈ ਵਰਤੀ ਜਾਂਦੀ ਹੈ। ਠੀਕ ਹੈ। ਤੀਸਰਾ ਕੁਐਸਚਨ ਹੈ ਗਿਵਨ ਬਿਲੋ ਆਰ ਦੀ ਟੂ ਸਟੇਟਮੈਂਟਸ ਰਿਗਾਰਡਿੰਗ ਫਿਸ਼ਿੰਗ। ਸ਼ਿਫਟ 1 ਦੇ ਵਿੱਚ ਵੀ ਫਿਸ਼ਿੰਗ ਦਾ ਕੁਐਸਚਨ ਆਇਆ ਸੀ, ਆਪਾਂ ਪੜ੍ਹਿਆ ਸੀ। ਸ਼ਿਫਟ 2 ਦੇ ਵਿੱਚ ਵੀ ਹੈ ਨਾ। ਫਿਸ਼ਿੰਗ ਆਪਾਂ ਨੂੰ ਪਤਾ ਹੀ ਹੈ ਵੀ ਮੱਛੀਆਂ ਫੜਦੇ ਆ, ਜਿਵੇਂ ਉਵੇਂ ਹੀ ਕੁੰਡੀ ਲਾ ਕੇ ਆਟਾ ਪਾ ਕੇ ਉਵੇਂ ਹੀ ਬੰਦਾ ਕੋਈ ਸਾਨੂੰ ਈਮੇਲ ਭੇਜ ਕੇ ਈਮੇਲ ਦੇ ਵਿੱਚ ਉਹ ਪੁੱਛਦਾ ਵੀ ਤੁਸੀਂ ਆਹ ਕਰੋ, ਐਵੇਂ ਕਰੋ ਜੀ, ਤੁਹਾਡੀ ਲੋਟਰੀ ਲੱਗ ਗਈ, ਐਂ ਹੋਊਗੀ। ਜਾਂ ਕੋਈ ਕਹਿੰਦਾ ਵੀ ਮੈਂ ਹੂੰ ਪੂਜਾ, ਮੈਂ आपसे बात करना चाहती हूँ है ना, ਵੀ ਐਂ ਕਰੋ, ਮੇਰਾ ਨੰਬਰ ਹੈ, ਚੈਟ ਕਰੋ ਮੇਰੇ ਸਾਥ, ਮੈਂ ਤੜਫ ਰਹੀ ਹੂੰ ਐਵੇਂ ਦਾ। ਸੋ ਇਹ ਸਾਰਾ ਜਿਹੜਾ ਕੰਮ ਹੈ ਫਿਸ਼ਿੰਗ ਹੈ। ਉਹ ਆਟਾ ਪਾਇਆ ਜਾਂਦਾ ਤੇ ਆਪਾਂ ਮੱਛੀਆਂ ਕੁੰਡੀ 'ਚ ਫਸ ਜਾਂਦੇ ਹਾਂ ਹੈ ਨਾ। ਪਹਿਲਾਂ ਜ਼ਿਆਦਾ ਹੁੰਦਾ ਸੀ, ਅੱਜ ਕੱਲ੍ਹ ਤਾਂ ਲੋਕ ਚਲੋ ਅਵੇਅਰ ਹੋ ਗਏ, ਪਤਾ ਲੱਗ ਗਿਆ ਸਾਰਿਆਂ ਨੂੰ। ਕਹਿੰਦਾ ਇਟ ਇਜ਼ ਏ ਪ੍ਰੋਗਰਾਮ ਕੋਡ ਦੈਟ ਰੈਪਲੀਕੇਟ ਇਟਸੈਲਫ ਵਿਦਿਨ ਦ ਅਟੈਂਸ਼ਨ ਆਫ ਡਿਲੀਟਿੰਗ ਫਾਈਲ। ਇਹ ਨਹੀਂ ਹੁੰਦਾ, ਉਹ ਵਾਇਰਸ ਦੀ ਗੱਲ ਕਰਦਾ ਇਹ। ਫਿਸ਼ਿੰਗ 'ਚ ਇਹ ਨਹੀਂ ਹੁੰਦਾ। ਇਟ ਕੈਨ ਬੀ ਫਿਲਟਰਡ ਬਟ ਐਟ ਦੀ ISP ਪ੍ਰੋਵਾਈਡਰ ਲੈਵਲ। ਇੰਟਰਨੈਟ ਸਰਵਿਸ ਪ੍ਰੋਵਾਈਡਰ, ਇਹਦੀ ਐਬਰੀਵੇਸ਼ਨ ਪੁੱਛ ਸਕਦਾ ਆਪਾਂ ਨੂੰ ISP ਲੈਵਲ ਤੇ। ਹਾਂ ਇਹ ਠੀਕ ਆ, ISP ਲੈਵਲ ਤੇ ਜਾਂ ਈਮੇਲ ਫਿਲਟਰ ਲਗਾ ਸਕਦੇ ਹਾਂ। ਤਾਂ ਇਹਦੇ ਨਾਲ ਇਹ ਆਪਾਂ ਫਿਲਟਰ ਕਰ ਸਕਦੇ ਹਾਂ। ਸਟੇਟਮੈਂਟ 1 ਇਜ਼ ਫਾਲਸ, ਸਟੇਟਮੈਂਟ 2 ਇਜ਼ ਟਰੂ। ਤਾਂ ਇਹਦਾ ਡੀ ਆਂਸਰ ਹੈ। ਠੀਕ ਹੈ, ਡੀ ਆਂਸਰ। ਇਹ ਫਿਸ਼ਿੰਗ ਹੈ, ਮੈਂ ਆਲਰੇਡੀ ਦੱਸ ਚੁੱਕਿਆ, ਤੁਸੀਂ ਫਿਰ ਵੀ ਪੜ੍ਹਨਾ ਪੜ੍ਹ ਸਕਦੇ ਹੋ, ਸਕਰੀਨਸ਼ਾਟ ਲੈ ਸਕਦੇ ਹੋ। ਤਾਂ ਇਹਦਾ ਡੀ ਆਂਸਰ ਹੈ। ਠੀਕ ਹੈ। ਹਾਂ, ਫੋਰਥ ਕੁਐਸਚਨ ਹੈ, ਇਹ ਤਾਂ ਬੜਾ ਸਿੱਧਾ ਸਿੱਧਾ ਹੀ ਕੁਐਸਚਨ ਹੈ। ਮੈਚ ਦੀ ਫੋਲੋਇੰਗ ਨੇਮ ਆਫ ਦਾ ਮੈਮਰੀ ਸਾਈਜ਼, ਨੰਬਰ ਆਫ ਬਿਟਸ। ਤਾਂ ਇਹ ਮੈਂ ਆਲਰੇਡੀ ਦੱਸ ਚੁੱਕਿਆ, ਫਿਰ ਦੱਸ ਦੇਣਾ ਇੱਕ ਵਾਰੀ ਕਿ 1 MB ਹੈ ਜਿਹੜਾ ਉਹ ਬਰਾਬਰ ਹੁੰਦਾ 1024 KB ਦੇ। ਆਪਾਂ KB ਤੋਂ ਹੀ ਸ਼ੁਰੂ ਕਰ ਲੈਂਦੇ ਹਾਂ। 1 KB ਬਰਾਬਰ ਹੁੰਦਾ 1024 ਬਾਈਟਸ, ਜਿਹੜਾ ਕਿ ਬਰਾਬਰ ਹੁੰਦਾ 2 ਦੀ ਪਾਵਰ 10 ਬਾਈਟਸ। ਇਹ ਬਰਾਬਰ ਹੁੰਦਾ 2 ਦੀ ਪਾਵਰ 20
ਬਾਈਟਸ। 1 MB ਤੋਂ ਬਾਅਦ 1 GB 1024 MB ਜਿਹੜਾ ਕਿ ਬਰਾਬਰ ਹੁੰਦਾ 2 ਦੀ ਪਾਵਰ 30 ਬਾਈਟਸ। 1 TB 1024 GB ਦੇ ਜਿਹੜਾ ਬਰਾਬਰ ਹੁੰਦਾ 2 ਦੀ ਪਾਵਰ 40 ਬਾਈਟਸ। TB ਤੱਕ ਤਾਂ ਸਾਨੂੰ ਪਤਾ ਹੈ। ਇਸ ਤੋਂ ਪਹਿਲਾਂ KB ਤੋਂ ਪਹਿਲਾਂ ਆਪਣੇ ਕੋਲੇ ਬਾਈਟ ਹੁੰਦਾ ਹੈ ਨਾ, ਉਸ ਤੋਂ ਪਹਿਲਾਂ ਬਿਟ ਹੁੰਦਾ। ਬਿਟ ਇਜ਼ ਦ ਸਮਾਲੈਸਟ ਯੂਨਿਟ ਆਫ ਮੈਮਰੀ। TB ਤੋਂ ਬਾਅਦ ਪੈਜੀ ਯਾਦ ਰੱਖਿਓ, PEZY। P ਤੇ ਪੈਟਾ, E ਤੇ ਐਗਜ਼ਾ, Z ਤੇ ਜੈਟਾ, Y ਤੇ ਯੋਟਾ। ਪੈਟਾਬਾਈਟ, ਐਗਜ਼ਾਬਾਈਟ, ਜੈਟਾਬਾਈਟ, ਜੋਟਾਬਾਈਟ। ਸੋ TB ਤੋਂ ਬਾਅਦ ਆਉਂਦਾ PB। 1 PB = 1024 TB। ਤਾਂ ਇਹ ਡਾਇਰੈਕਟ ਆ ਜਾਂਦਾ 2 ਦੀ ਪਾਵਰ 50 ਬਾਈਟਸ ਦੇ। ਉਸ ਤੋਂ ਬਾਅਦ ਅਸੀਂ ਐਗਜ਼ਾ ਤੇ ਲਿਜਾ ਸਕਦੇ ਹਾਂ, ਜੈਟਾ ਉਹ ਪਿਛਲੇ ਦੇ ਹੀ ਚੱਲੀ ਜਾਊਗਾ। ਠੀਕ ਹੈ, ਸੋ ਇਹਦੇ ਵਿੱਚ ਆਪਾਂ ਨੂੰ ਪੁੱਛਿਆ ਗਿਆ ਪੈਟਾ ਤਾਂ 50 ਦੇ ਆ ਜਾਊਗਾ, ਇਹ ਹੋ ਗਿਆ ਇਹਦੇ ਨਾਲ, ਤੇ MB ਹੋ ਗਿਆ 2 ਦੀ ਪਾਵਰ 20 ਦੇ ਨਾਲ, ਹੈ ਨਾ। MB ਆ ਜਾਊਗਾ 20 ਦੇ ਨਾਲ। GB ਹੋ ਗਿਆ 2 ਦੀ ਪਾਵਰ 30 ਤੇ TB ਹੋ ਗਿਆ 2 ਦੀ ਪਾਵਰ 40। C ਦਾ ਹੈ ਚੌਥਾ, C ਦਾ ਚੌਥਾ 1 'ਚ ਬਣਦਾ, ਦੇਖੋ ਤਾਂ B ਆਨਸਰ ਇਹਦਾ। ਠੀਕ ਹੈ, ਇਸ ਤਰ੍ਹਾਂ ਆਪਾਂ ਕੁਐਸਚਨ ਸੋਲਵ ਕਰਨੇ ਨੇ। ਆਈ ਹੋਪ ਕਿ ਤੁਹਾਨੂੰ ਸਮਝ ਆ ਰਹੇ ਹੋਣਗੇ ਕੁਐਸਚਨ, ਹੈ ਨਾ। ਤੁਸੀਂ ਕਮੈਂਟ ਕਰਕੇ ਦੱਸ ਸਕਦੇ ਹੋ। ਵੀਡੀਓ ਨੂੰ ਲਾਈਕ ਕਰੋ ਜੇਕਰ ਤੁਹਾਨੂੰ ਸਾਡਾ ਕੰਮ ਵਧੀਆ ਲੱਗਦਾ, ਹੈ ਨਾ, ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬਾਕੀ ਵੀ ਤੁਹਾਡੇ ਫਰੈਂਡਸ ਤੱਕ ਪਹੁੰਚਾਓ। ਆਪਾਂ ਅੱਗੇ ਵੀ ਹੋਰ ਬਹੁਤ ਸਾਰੀਆਂ ਵੀਡੀਓਜ਼ ਲੈ ਕੇ ਆ ਰਹੇ ਹਾਂ, UGC ਨੈਟ ਤੇ ਵੀ, ਕੰਪੀਟੀਟਿਵ ਤੇ ਵੀ। ਥੈਂਕ ਯੂ।